ਖਾਂਸੀ ਤੇ ਜ਼ੁਕਾਮ ਆਖਿਰ ਬਦਲਦੇ ਮੌਸਮ ਦੇ ਵਿੱਚ ਹੀ ਕਿਉਂ ਹੁੰਦੇ ਨੇ? ਜ਼ੁਕਾਮ ਮਨੁੱਖ ਦਾ ਸਭ ਤੋਂ ਵਧੀਆ ਟੂਲ ਹੈ। ਜ਼ੁਕਾਮ ਸਾਡਾ ਜਿਹੜਾ ਸਾਡੇ ਲਈ ਗਿਫਟ ਹੈ ਨੇਚਰ ਦਾ। ਜੇ ਜ਼ੁਕਾਮ ਨਾ ਹੋਵੇ ਤਾਂ ਸਾਡਾ 4 ਦਿਨਾਂ 'ਚ ਫੇਫੜੇ ਖਰਾਬ ਹੋ ਜਾਣ। ਤਾਂ ਜ਼ੁਕਾਮ ਨੂੰ ਜੀ ਆਇਆਂ ਕਹਿਣਾ ਚਾਹੀਦਾ। ਵੈਸੇ ਤਾਂ ਹੁਣ ਤਾਂ ਸਾਰੀਆਂ ਬਿਮਾਰੀਆਂ ਬਾਰੇ ਆ ਗਿਆ ਹੋਇਆ ਲਗਭਗ ਕਿ ਬਿਮਾਰੀਆਂ ਸਾਨੂੰ ਬਿਮਾਰ ਕਰਨ ਨਹੀਂ ਆਉਂਦੀਆਂ, ਬਿਮਾਰੀਆਂ ਸਾਨੂੰ ਤੰਦਰੁਸਤ ਕਰਨ ਆਉਂਦੀਆਂ ਨੇ। ਅਗਰ ਜ਼ੁਕਾਮ ਹੋ ਵੀ ਜਾਂਦਾ ਤਾਂ ਜਿਹੜੀ ਅਸੀਂ ਡਾਈਟ ਕਹਿ ਰਹੇ ਹਾਂ 3 ਦਿਨ ਦੀ ਡਾਈਟ ਹੈ, ਜਿਹੜੀ ਲਿਕੁਇਡ ਡਾਈਟ ਹੈ ਜੀ, ਲਿਕੁਇਡ ਡਾਈਟ ਦੇ ਅੰਦਰ ਅਗਰ ਬੰਦਾ ਅਡਾਪਟ ਕਰ ਲੇ ਤਾਂ ਕੋਈ ਮੈਂ ਅੱਜ ਤੱਕ ਇੱਕ ਮਰੀਜ਼ ਵੀ ਇਹੋ ਜਿਹਾ ਨਹੀਂ ਮਿਲਿਆ ਮੈਨੂੰ ਜਿਹੜਾ ਕਿ ਅਸੀਂ ਲਿਕੁਇਡ ਡਾਈਟ ਤੇ ਪਾਇਆ ਹੋਵੇ ਤਾਂ ਠੀਕ ਨਾ ਹੋਇਆ ਹੋਵੇ। ਕਿਹੜੇ-ਕਿਹੜੇ ਦਰਖਤਾਂ ਦੇ ਪੱਤੇ ਨੇ ਸਾਨੂੰ ਜਿਹੜੇ ਆਮ ਕਰਕੇ ਘਰਾਂ ਦੇ ਵਿੱਚ ਮਿਲ ਜਾਂਦੇ ਨੇ ਤੇ ਅਸੀਂ ਰਸੋਈ ਦੇ ਵਿੱਚ ਹੀ ਉਹ ਫਾਰਮੂਲਾ ਤਿਆਰ ਕਰ ਲੈਂਦੇ ਹਾਂ? ਬਿਲਕੁਲ, ਜਿਹੜਾ ਕਾੜਾ ਆਮ ਜ਼ੁਕਾਮ ਵਾਸਤੇ ਵਰਤਦੇ ਨਾ ਆਪਾਂ, ਉਹਦੇ 7-8 ਚੀਜ਼ਾਂ ਪੈਂਦੀਆਂ ਨੇ। ਕੋਈ ਐਡੇ ਉਹ ਸਾਰੀਆਂ ਸਾਡੇ ਘਰ 'ਚ ਹੈਗੀਆਂ ਨੇ। ਸੋ 3 ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਜ਼ੁਕਾਮ ਜਿਹੜਾ ਠੀਕ ਹੋ ਜਾਂਦਾ। ਮੈਂ ਤਾਂ ਓਪਨਲੀ ਚੈਲੰਜ ਕਰ ਰਿਹਾ ਇਹਨਾਂ ਨੂੰ, ਜਿਹੜੇ ਈਵਨ ਕਾਲੇ ਪੀਲੀਏ ਵਰਗੇ BC ਤੇ HIV ਨੇ, ਈਵਨ ਇਹ ਵੀ ਜਿਹੜੇ ਨੇ ਇਹ ਬਹੁਤ ਹੀ ਟੁੱਚੂ ਜਿਹੀਆਂ ਬਿਮਾਰੀਆਂ ਨੇ। ਜੇ ਤੁਸੀਂ ਇਮਿਊਨਿਟੀ ਠੀਕ ਕਰ ਲਓ ਤਿੰਨਾਂ 'ਚੋਂ ਕੋਈ ਵੀ ਨਹੀਂ ਬਚਦੀ। ਇਹਨੂੰ ਜ਼ੁਕਾਮ ਤੇ ਖਾਂਸੀ ਨੂੰ ਕਦੋਂ ਸੀਰੀਅਸ ਲੈਣਾ ਚਾਹੀਦਾ? ਇਹਨੂੰ ਸੀਰੀਅਸ ਲੈਣ ਦੀ ਬਜਾਏ ਆਪਣੀ ਇਮਿਊਨਿਟੀ ਨੂੰ ਸੀਰੀਅਸਲੀ ਲੈਣਾ ਚਾਹੀਦਾ। ਤਾਂ ਜ਼ੁਕਾਮ ਬਾਰੇ ਮੈਂ ਸਮਝਦਾ ਕਿ ਬਹੁਤ ਹੀ ਛਿੱਕਾਂ ਨੇ, ਖਾਂਸੀ ਹੈ, ਬੁਖਾਰ ਹੈ, ਇਹ ਐਡੇ ਬਿਊਟੀਫੁਲ ਸਿੰਪਟਮ ਨੇ, ਐਡੇ ਸੁੰਦਰ ਸਿੰਪਟਮ ਨੇ, ਐਡੀ ਸੁੰਦਰ ਜਿਹੜੀ ਪ੍ਰਕਿਰਿਆ ਹੈ ਕੁਦਰਤ ਦੀ, ਜਿਹੜੀ ਸਾਨੂੰ ਬਚਾਉਂਦੀ ਹੈ ਸਾਡੇ ਫੇਫੜਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਬਦਲਦੇ ਮੌਸਮ ਨਾਲ ਸਾਡੇ ਸਰੀਰ ਦਾ ਜਿਹੜਾ ਮਿਜਾਜ਼ ਵੀ ਬਦਲ ਜਾਂਦਾ ਹੈ। ਅੱਜ ਕੱਲ੍ਹ ਜਿਸ ਤਰੀਕੇ ਨਾਲ ਹੌਲੀ ਜਿਹੜਾ ਮੌਸਮ ਹੈ ਬਦਲ ਰਿਹਾ ਹੈ, ਉਸੇ ਤਰੀਕੇ ਨਾਲ ਸਾਨੂੰ ਬਦਲਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਨੇ ਜਿਹੜੀਆਂ ਸਰੀਰ ਨੂੰ ਆ ਚਿੰਬੜਦੀਆਂ ਨੇ। ਉਹਦੇ ਵਿੱਚੋਂ ਖਾਂਸੀ ਅਤੇ ਜ਼ੁਕਾਮ ਇੱਕ ਅਜਿਹਾ ਅਸੀਂ ਕਹਿ ਸਕਦੇ ਹਾਂ ਕਿ ਅਲਾਮਤ ਹੈ ਜਿਸ ਤੋਂ ਹਰੇਕ ਬੰਦਾ ਪਰੇਸ਼ਾਨ ਹੋ ਜਾਂਦਾ ਹੈ, ਜਾਂ ਕੋਈ ਅਜਿਹਾ ਬੰਦਾ ਹੋਏਗਾ ਦੁਨੀਆ ਦੇ ਉੱਤੇ ਜਿਸ ਨੂੰ ਖਾਂਸੀ ਜਾਂ ਜ਼ੁਕਾਮ ਕਦੇ ਨਹੀਂ ਹੋਇਆ ਹੋਏਗਾ। ਸੋ ਖਾਂਸੀ ਤੇ ਜ਼ੁਕਾਮ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਵਹਿਮ ਭਰਮ ਨੇ ਪਿਛਲੇ ਦਿਨਾਂ ਦੇ ਵਿੱਚ ਟੁੱਟੇ ਵੀ ਨੇ, ਔਰ ਬਹੁਤ ਸਾਰੀਆਂ ਨਵੀਆਂ ਗੱਲਾਂ ਖਾਂਸੀ ਤੇ ਜ਼ੁਕਾਮ ਨੂੰ ਲੈ ਕੇ ਅਜੇ ਹੋਰ ਸਾਹਮਣੇ ਆ ਰਹੀਆਂ ਨੇ। ਅਜਿਹੇ ਦੇ ਵਿੱਚ ਖਾਂਸੀ ਤੇ ਜ਼ੁਕਾਮ ਨੂੰ ਲੈ ਕੇ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦਾ ਬੜਾ ਲੰਮਾ ਕੰਮ ਹੈਗਾ ਲੋਕਾਂ ਨੂੰ ਇਸ ਅਲਾਮਤ ਪ੍ਰਤੀ, ਇਸ ਜਿਹੜੀ ਅਸੀਂ ਕਹਿ ਸਕਦੇ ਹਾਂ ਬਿਮਾਰੀ ਪ੍ਰਤੀ, ਉਹ ਜਾਗਰੂਕ ਵੀ ਕਰ ਰਹੇ ਨੇ ਤੇ ਆਪਣੇ ਵੱਖੋ-ਵੱਖ ਪ੍ਰੋਸਪੈਕਟਸ ਦੇ ਜ਼ਰੀਏ ਲੋਕਾਂ ਨਾਲ ਜੁੜ ਵੀ ਰਹੇ ਨੇ। ਸੋ ਅੱਜ ਅਸੀਂ ਉਹੀ ਬੜੀ ਦੁਨੀਆ ਦੇ ਨਾਮਵਰ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਕੋਲ ਪਹੁੰਚੇ ਹਾਂ ਤੇ ਸਮਝਦੇ ਹਾਂ ਕਿ ਖਾਂਸੀ ਤੇ ਜ਼ੁਕਾਮ ਤੋਂ ਅਸੀਂ ਨਿਜਾਤ ਕੋਈ ਅਜਿਹਾ ਫਾਰਮੂਲਾ ਹੈ ਜੋ ਸਾਨੂੰ ਦੇ ਸਕਦਾ ਹੈ। ਡਾਕਟਰ ਸਾਹਿਬ, ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਖਾਂਸੀ ਤੇ ਜ਼ੁਕਾਮ ਆਖਿਰ ਬਦਲਦੇ ਮੌਸਮ ਦੇ ਵਿੱਚ ਹੀ ਕਿਉਂ ਹੁੰਦੇ ਨੇ? ਇਹ ਇੱਕ ਤਾਂ ਇਹ ਸਵਾਲ ਰਿਹਾ। ਦੂਸਰਾ ਸਵਾਲ ਇਹ ਹੈ ਕਿ ਆਖਿਰ ਇਹ ਹੁੰਦੇ ਕੀ ਨੇ ਜੀ? ਕਾਸਿਫ, ਜਿਹੜੇ ਇਹ ਖਾਂਸੀ ਜ਼ੁਕਾਮ ਨੇ ਇਹ ਅਸਲ ਵਿੱਚ ਵਾਇਰਸਿਸ ਕਰਕੇ ਹੁੰਦੇ ਆ। ਜਿਹੜੀਆਂ ਸਾਡੀਆਂ ਵਾਇਰਸਿਸ ਨੇ ਜਿਨ੍ਹਾਂ ਨੂੰ ਆਪਾਂ ਵਿਸ਼ਾਣੂ ਕਹਿ ਦਿੰਦੇ ਹਾਂ ਪੰਜਾਬੀ 'ਚ, ਅਤੇ ਵਾਇਰਸਿਸ ਹੁਣ ਵੈਸੇ ਤਾਂ ਪਿਛਲੇ ਸਮੇਂ 'ਚ ਸਾਲ 'ਚ ਵਾਇਰਸਿਸ ਨੂੰ ਸਾਰੇ ਜਾਣਨ ਲੱਗੇ ਆ। ਵਾਇਰਸਿਸ ਉਹ ਸਭ ਤੋਂ ਛੋਟਾ ਜੀਵ ਹੈ ਜਿਹੜਾ ਕਿ ਆਪਣੀ ਆਜ਼ਾਦ ਹੋਂਦ ਨਹੀਂ ਹੁੰਦੀ ਕੋਈ ਵੀ, ਉਹ ਸਾਡੇ ਬਾਕੀ ਸੈੱਲਾਂ ਦੇ ਨਾਲ ਰਲ ਕੇ ਹੀ ਉਹਦੀ ਹੋਂਦ ਬਣਦੀ ਹੈ। ਚਾਹੇ ਉਹ ਸਾਡੇ ਸੈੱਲ ਦੇ ਅੰਦਰ ਪਲਦਾ ਜਾਂ ਬੈਕਟੀਰੀਆ ਦੇ ਅੰਦਰ ਪਲਦਾ, ਤਾਂ ਉਹ ਇਸ ਕਰਕੇ ਉਹ ਵਾਇਰਸਿਸ ਕਰਕੇ ਹੁੰਦੇ ਆ। ਹੁਣ ਜਿਹੜੀ ਬਦਲਦੇ ਮੌਸਮ ਨਾਲ ਕੀ ਤਾਲੁਕ ਹੈ ਇਹਦਾ? ਕਿਉਂਕਿ ਬਦਲਦੇ ਮੌਸਮ ਦੇ ਨਾਲ ਜਦੋਂ ਜਿਹੜਾ ਸਰਦੀ ਆਉਂਦੀ ਹੈ ਜਾਂ ਠੰਡ ਹੁੰਦੀ ਹੈ ਤਾਂ ਜਿਹੜੀ ਠੰਡੀ ਹਵਾ ਸਾਡੇ ਅੰਦਰ ਜਾਂਦੀ ਹੈ ਤਾਂ ਸਾਡੇ ਸਾਹ ਪ੍ਰਣਾਲੀ ਦਾ ਜਿਹੜਾ ਅੰਦਰਲੀ ਝਿੱਲੀ ਹੁੰਦੀ ਹੈ ਉਹਨੂੰ ਢਲਣਾ ਪੈਂਦਾ ਉਹਦੇ ਮੌਸਮ ਦੇ ਹਿਸਾਬ ਨਾਲ, ਅਤੇ ਉਹ ਢਲਣ ਦੀ ਪ੍ਰਕਿਰਿਆ ਦੇ ਅੰਦਰ ਉਹ ਕਿਤੇ ਨਾ ਕਿਤੇ ਵਾਇਰਸ ਜਿਹੜੀਆਂ ਨੇ ਉੱਥੇ ਮਲਟੀਪਲਾਈ ਕਰਦੀਆਂ ਨੇ। ਉਹ ਮਲਟੀਪਲਾਈ ਕਰਨ ਦੀ ਜਿਹੜੀ ਬੰਦੇ ਵਧਣ ਫੁੱਲਣ ਦੀ ਜਿਹੜੀ ਇੱਕ ਅਲਾਮਤ ਹੁੰਦੀ ਹੈ ਉਹ ਖਾਂਸੀ ਜ਼ੁਕਾਮ ਦੀ ਸ਼ਕਲ 'ਚ ਆਉਂਦੀ ਹੈ। ਅਤੇ ਉਹ ਜਿਹੜੀਆਂ ਵਾਇਰਸਿਸ ਦਾ ਵਰਤਾਰਾ ਹੈ ਉਹ ਸਰਦੀਆਂ ਦੇ ਮੌਸਮ ਜਾਂ ਠੰਡ ਦੇ ਮੌਸਮ ਨਾਲ ਜ਼ਿਆਦਾ ਜੁੜਿਆ ਹੋਇਆ, ਅਤੇ ਉਹ ਜਿਹਦੇ ਨਾਲ ਕਿ ਖਾਂਸੀ ਜ਼ੁਕਾਮ ਹੁੰਦਾ। ਤੇ ਬਹੁਤ ਸਾਰੇ ਵਹਿਮ ਭਰਮ ਵੀ ਇਹਨਾਂ ਨਾਲ ਜੁੜੇ ਹੋਏ ਨੇ ਜੀ ਡਾਕਟਰ ਸਾਹਿਬ, ਖਾਂਸੀ ਤੇ ਜ਼ੁਕਾਮ ਦੇ ਨਾਲ। ਤੁਸੀਂ ਦੱਸ ਸਕਦੇ ਹੋ ਕਿ ਬਹੁਤ ਸਾਰੇ ਅਜਿਹੇ ਵਹਿਮ ਉਹ ਕਿਹੜੇ ਨੇ? ਖਾਂਸੀ ਜ਼ੁਕਾਮ ਨਾਲ ਜਿਹੜਾ ਮੇਰੇ ਖਿਆਲ ਬਾਕੀ ਪੁਰਾਣੇ ਵਹਿਮ ਭਰਮ ਦਾ ਪੁਰਾਣਾ ਤਾਂ ਬੜਾ ਸੋਹਣਾ ਕਹਾਵਤ ਹੁੰਦੀ ਸੀਗੀ ਵੀ ਜੇ ਖਾਂਸੀ ਜ਼ੁਕਾਮ ਦਾ ਇਲਾਜ ਕਰ ਲਓ ਤਾਂ ਇਹ 7 ਦਿਨਾਂ ਠੀਕ ਹੋ ਜਾਂਦਾ, ਅਤੇ ਨਾ ਇਲਾਜ ਕਰੋ ਤਾਂ ਹਫ਼ਤੇ ਠੀਕ ਹੋ ਜਾਂਦਾ।
ਤਾਂ ਇਹ ਬੜਾ ਬੜੀ ਸਾਡੀ ਪੋਪੂਲਰ ਕਹਾਵਤ ਸੀਗੀ। ਤੇ ਜਦੋਂ ਅਸੀਂ ਕਹਿੰਦੇ ਸੀਗੇ ਮੈਡੀਸਿਨ 'ਚ ਪੜ੍ਹਾਇਆ ਜਾਂਦਾ ਸੀ ਕਿ ਇਹਦਾ ਇਲਾਜ ਕਰਨ ਦੀ ਲੋੜ ਨਹੀਂ ਹੁੰਦੀ, ਇਹ ਆਪਣੇ ਆਪ ਹੀ ਹਫਤੇ ਦੇ ਅੰਦਰ ਅੰਦਰ ਠੀਕ ਹੋ ਜਾਂਦੇ ਨੇ। ਕਿਤੇ ਵਿਰਲੇ 'ਚ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈਂਦੇ ਆ, ਨਹੀਂ ਤਾਂ ਤਕਰੀਬਨ ਹਫਤੇ ਤੋਂ ਪਹਿਲਾਂ ਬਹੁਤ ਮੈਜੋਰਟੀ ਲੋਕਾਂ ਦੇ ਅੰਦਰ ਇਹ ਜਿਹੜੇ ਠੀਕ ਹੋ ਜਾਂਦੇ ਆ। ਲੇਕਿਨ ਜਿਹੜੀ ਅੱਜ ਦੀ ਮਾਡਰਨ ਜਿਹੜੇ ਵਹਿਮ ਭਰਮ ਨੇ ਵਿਗਿਆਨ ਦੇ ਨਾਂ 'ਤੇ ਫੈਲਾਏ ਜਾ ਰਹੇ ਆ, ਉਹ ਆਪਾਂ ਪਿਛਲੇ ਸਾਲ ਤੋਂ ਦੇਖ ਰਹੇ ਹਾਂ ਕਿ ਉਹ ਬੜੇ ਹੀ ਖਤਰਨਾਕ ਨੇ। ਕਿ ਇਹ ਜਿਹਦੇ ਨਾਲ ਕਈ ਕਿਸਮ ਦੀਆਂ ਗੱਲਾਂ ਜੋੜ ਕੇ ਅਤੇ ਬਹੁਤ ਖਤਰਨਾਕ ਕਿਸਮ ਦੇ ਇਲਾਜ ਅਤੇ ਖਤਰਨਾਕ ਕਿਸਮ ਦੇ ਤਰੀਕੇ ਜਿਹੜੇ ਨੇ ਉਹ ਸੁਝਾਏ ਜਾ ਰਹੇ ਨੇ, ਉਹ ਲੋਕਾਂ ਦੇ ਲਾਗੂ ਕੀਤੇ ਜਾ ਰਹੇ ਆ। ਅਤੇ ਉਹਦੇ ਜੋ ਆਪਾਂ ਦੁਰਪ੍ਰਭਾਵ ਹੁੰਦੇ ਉਹ ਆਪਾਂ ਦੇਖ ਚੁੱਕੇ ਹਾਂ ਸਾਰੇ, ਕਿ ਕਿਸ ਢੰਗ ਦੇ ਨਾਲ ਸਾਰੇ ਦਾ ਸਾਰਾ ਜਿਹੜਾ ਇਹ ਸਮਾਜ ਉਥਲ ਪੁਥਲ ਇੱਕ ਜ਼ੁਕਾਮ ਕਰ ਰਿਹਾ। ਤਾਂ ਕਈ ਵਾਰੀ ਤਾਂ ਬੜੀ ਮੈਡੀਕਲ ਪ੍ਰੋਫੈਸ਼ਨ 'ਚ ਹੁੰਦੇ ਸ਼ਰਮ ਜੀ ਵੀ ਆਉਂਦੀ ਹੈ ਵੀ ਇੱਕ ਜ਼ੁਕਾਮ ਵਰਗੀ ਬਿਮਾਰੀ ਜਿਹਨੂੰ ਕਿ ਪਹਿਲੇ ਜ਼ਮਾਨੇ 'ਚ ਅਸੀਂ ਕਹਿੰਦੇ ਸੀ ਵੀ ਇਹਦਾ ਕੋਈ ਛੇੜਨ ਦੀ ਲੋੜ ਨਹੀਂ, ਨਾ ਇਲਾਜ ਕਰੋ। ਅੱਜ ਉਸੇ ਬਿਮਾਰੀ ਨੇ ਪੂਰੇ ਦਾ ਪੂਰਾ ਸਮਾਜ ਉਥਲ ਪੁਥਲ ਕਰ ਰੱਖਿਆ, ਲੋਕ ਮਾਨਸਿਕ ਤੌਰ 'ਤੇ ਬਿਮਾਰ ਕਰ ਰੱਖੇ ਹੈ। ਔਰ ਡਾਕਟਰ ਜਿਹੜੇ ਨੇ ਸਭ ਤੋਂ ਵੱਧ ਉਲਝੇ ਹੋਏ ਉਹਦੇ 'ਚ ਮੈਡੀਕਲ ਪ੍ਰੋਫੈਸ਼ਨ ਹੈ, ਕਿਉਂਕਿ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ ਅਨਫੋਰਚੂਨੇਟਲੀ ਜਿਹੜੀ ਵਾਇਰਸ ਦੀ ਸਮਝ ਹੈ ਉਹ ਕੋਈ ਅਪਡੇਟ ਨਹੀਂ ਕੀਤੀ ਹੋਈ ਉਹਨਾਂ ਨੇ। ਉਹ ਪੁਰਾਣੀ ਅੱਜ ਤੋਂ 50-100 ਸਾਲ ਦੀ ਸਮਝ ਲੈ ਕੇ ਉਹ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ ਪੜ੍ਹਾਇਆ ਜਾ ਰਿਹਾ। ਤਾਂ ਇਸ ਕਰਕੇ ਜਿਹੜੀ ਇਹ ਵਾਇਰਸ ਦਾ ਸਮੱਸਿਆ ਇਹਦੇ ਠੀਕ ਢੰਗ ਨਾਲ ਨੌਲੇਜ ਨਾ ਹੋਣ ਕਰਕੇ ਜਿਹੜਾ ਮਾਡਰਨ ਜਿਹਨੂੰ ਕਹਿੰਦੇ ਵਹਿਮ ਪ੍ਰਸਤੀ ਹੈ ਵਿਗਿਆਨ ਦੇ ਨਾਂ 'ਤੇ ਫੈਲਾਈ ਜਾ ਰਹੀ ਹੈ, ਮੈਂ ਸਮਝਦਾ ਕਿ ਸਭ ਤੋਂ ਵੱਧ ਖਤਰਨਾਕ ਉਹ ਹੈ। ਜੀ ਪਰ ਡਾਕਟਰ ਸਾਹਿਬ, ਖਾਂਸੀ ਅਤੇ ਜ਼ੁਕਾਮ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਔਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੀਕੇ ਨੇ ਉਹ ਵੀ ਖਾਂਸੀ ਅਤੇ ਜ਼ੁਕਾਮ ਦੇ ਨਾਂ ਦੇ ਉੱਤੇ ਲਗਾਏ ਜਾ ਰਹੇ ਨੇ। ਕੋਈ ਅਸਰ ਹੋਣ ਵਾਲਾ ਹੈ ਜੀ ਇਸ ਚੀਜ਼ ਦਾ? ਨਹੀਂ, ਇਹ ਜਿਹੜੀਆਂ ਸਾਹ ਪ੍ਰਣਾਲੀ ਦੀਆਂ ਵਾਇਰਸਿਸ ਨੇ ਨਾ, ਜਿਹੜੀਆਂ ਜ਼ੁਕਾਮ ਕਰਨ ਵਾਲੀਆਂ ਜਾਂ ਫਲੂ ਕਰਨ ਵਾਲੀਆਂ ਵਾਇਰਸਿਸ ਨੇ, ਇਹਦੇ ਬਾਰੇ ਬੜਾ ਸਪਸ਼ਟ ਤੌਰ 'ਤੇ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਇਹਨਾਂ ਵਾਇਰਸਿਸ ਨੂੰ ਤੁਸੀਂ ਕਿਸੇ ਤਰੀਕੇ ਵੀ ਨਾ ਤਾਂ ਕੰਟਰੋਲ ਕਰ ਸਕਦੇ ਹੋ, ਨਾ ਇਹਨਾਂ ਦਾ ਫੈਲਾਅ ਰੋਕ ਸਕਦੇ ਹੋ। ਇਹਨੂੰ ਇੱਕੋ ਚੀਜ਼ ਜਿਹੜੀ ਰੋਕਦੀ ਹੈ, ਉਹ ਰੋਕਦੀ ਹੈ ਤੁਹਾਡੀ ਆਪਣੀ ਇਮਿਊਨਿਟੀ। ਜਿਸ ਬੰਦੇ ਦੇ ਅੰਦਰ ਜਾ ਰਹੀਆਂ ਨੇ ਉਹ ਅਗਰ ਉਹਦੀ ਸਰੀਰ ਦੀ ਲੜਨ ਸ਼ਕਤੀ ਠੀਕ ਹੈ ਤਾਂ ਉਹਦਾ ਕੁਛ ਨਹੀਂ ਵਿਗੜਦਾ। 80% 'ਚ ਕੋਈ ਅਲਾਮਤ ਨਹੀਂ ਹੁੰਦੀ, ਉਹਦੇ ਬਿਨਾਂ ਹੀ ਉਹਦੇ ਅੰਦਰ ਇਹ ਵੱਧਦੀਆਂ ਫੁੱਲਦੀਆਂ ਨੇ ਅਤੇ ਉਹਨੂੰ ਇਮਿਊਨਿਟੀ ਉਹਦੀ ਵਧਾ ਕੇ ਤੁਰ ਜਾਂਦੀਆਂ ਨੇ। ਬਾਕੀ ਜਿਹੜੇ ਟੀਕੇ ਦਵਾਈਆਂ ਚੱਲਦੀਆਂ ਨੇ ਇਹਨਾਂ ਵਾਇਰਸਿਸ ਨੂੰ ਰੋਕਣ ਵਾਸਤੇ ਖਾਂਸੀ ਜ਼ੁਕਾਮ ਦੇ, ਫਿਰ ਉਹਨਾਂ ਨੂੰ ਕੀ ਕਹੋਗੇ? ਉਹ ਮੈਂ ਕੱਲ੍ਹ ਇੱਕ ਮਰੀਜ਼ ਦੀ ਦੇਖ ਰਿਹਾ ਸੀ ਵਾਇਰਸ ਦੇ ਨਾਂ 'ਤੇ, ਉਹਨੂੰ ਜੋ ਦਵਾਈਆਂ ਪਾਈਆਂ ਹੋਈਆਂ ਸੀਗੀਆਂ, ਮੇਰਾ ਉਹਨਾਂ ਨੇ ਸਿਰ ਘੁੰਮਣ ਲਾਤਾ। 2 ਉਹਨੂੰ ਐਂਟੀਬਾਇਓਟਿਕ ਪਾ ਰੱਖੇ ਸੀਗੇ, ਹਾਲਾਂਕਿ ਉਹਦੀ ਰਿਪੋਰਟ CBC ਦੀ ਕਹਿ ਰਹੀ ਸੀ ਕਿ ਇਹਨੂੰ ਐਂਟੀਬਾਇਓਟਿਕ ਪਾਉਣ ਦੀ ਕੋਈ ਲੋੜ ਨਹੀਂ ਹੈ। ਇੱਕ ਉਹਨੂੰ ਸਟੀਰੋਇਡ ਪਾ ਰੱਖਿਆ ਸੀਗਾ। ਉਹ ਸਟੀਰੋਇਡ ਦਵਾਉਣ ਦਾ ਮਤਲਬ ਹੈ ਕਿ ਤੁਸੀਂ ਸਰੀਰ ਦੀ ਇਮਿਊਨਿਟੀ ਨੂੰ ਹੋਰ ਖ਼ਰਾਬ ਕਰ ਰਹੇ ਹੋ, ਕਿਉਂਕਿ ਲੜਨਾ ਤਾਂ ਵਾਇਰਸ ਨੂੰ ਦੇ ਨਾਲ ਲੜਨਾ ਸਰੀਰ ਦੀ ਇਮਿਊਨਿਟੀ ਨੇ, ਸਰੀਰ ਦੀ ਲੜਨ ਸ਼ਕਤੀ ਨੇ। ਸਟੀਰੋਇਡ ਦੇ ਕੇ ਤੁਸੀਂ ਉਹ ਪੈਰਾਲਾਈਜ਼ ਕਰ ਰਹੇ ਹੋ। 2 ਨੂੰ ਪਾ ਰੱਖਿਆ ਸੀ ਬੁਖਾਰ ਉਤਾਰਨ ਵਾਲੇ, ਜਿਹੜੇ ਕਿ ਅਸੀਂ ਬਾਰ-ਬਾਰ ਚਲਾ ਕੇ ਕਹਿ ਰਹੇ ਹਾਂ ਕਿ ਫਲੂ ਦੇ ਅੰਦਰ ਜਾਂ ਜ਼ੁਕਾਮ ਦੇ ਅੰਦਰ ਬੁਖਾਰ ਨੂੰ ਨਾ ਉਤਾਰੋ। ਜਿੰਨਾ ਬੁਖਾਰ ਰੱਖਾਂਗੇ ਉਨਾ ਉਹ ਜਲਦੀ ਠੀਕ ਹੋਏਗਾ, ਜਿੰਨਾ ਬੁਖਾਰ ਉਤਾਰਾਂਗੇ ਡਬਲ ਬਿਮਾਰ ਹੋਏਗਾ। ਹੁਣ ਤਾਂ ਵਿਗਿਆਨਕ ਖੋਜਾਂ ਆ ਗਈਆਂ ਹੋਈਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਬੁਖਾਰ ਉਤਾਰਨਾ ਬਹੁਤ ਹੀ ਹੱਦ ਦਰਜੇ ਦੀ ਨਲਾਇਕੀ ਹੈ। ਬੁਖਾਰ ਇੱਕ ਬਹੁਤ ਹੀ ਵਧੀਆ ਟੂਲ ਹੈ ਜਿਹਦੇ ਸਿਰ 'ਤੇ ਵਾਇਰਲ ਫੀਵਰ ਜਿਹੜੇ ਨੇ ਉਹ ਹੀਲ ਹੁੰਦੇ ਆ, ਤੰਦਰੁਸਤ ਹੁੰਦਾ ਬੰਦਾ। ਅਤੇ ਜੇ ਤੁਸੀਂ ਉਹਨੂੰ ਬੁਖਾਰ ਨੂੰ ਉਤਾਰ ਦੋਗੇ ਤਾਂ ਉਲਟਾ ਜ਼ਿਆਦਾ ਬਿਮਾਰ ਹੋਏਗਾ ਤਾਂ ਜ਼ਿਆਦਾ ਉਲਝੇਗਾ। ਤਾਂ ਇਸ ਕਰਕੇ ਜਿਹੜਾ ਇਹਦੇ ਟੀਕੇ ਨੇ, ਗੋਲੀਆਂ ਨੇ, ਦਵਾਈਆਂ ਨੇ, ਸਾਰੀਆਂ ਕਿਤੇ ਨਾ ਕਿਤੇ ਧੰਦਾ ਨੇ, ਅਜੀਬ ਕਿਸਮ ਦੇ, ਚਾਹੇ ਉਹ ਟੈਸਟ ਆਪਣੀ ਕਿਸਮ ਦਾ ਧੰਦਾ ਨੇ, ਉਹ ਧੰਦੇਬਾਜ਼ ਹੋਰ ਲੋਕ ਨੇ, ਦਵਾਈਆਂ ਵਾਲੇ ਤੋਂ ਹੋਰ ਲੋਕ ਨੇ। ਸੋ ਅੱਜ ਅੱਡ ਕਿਸਮ ਦੇ ਧੰਦੇਬਾਜ਼ ਜਿਹੜੇ ਬਹੁਤ ਵੱਡੇ ਧੰਦੇਬਾਜ਼ ਨੇ, ਇਹ ਜਿਹੜੇ ਹਜ਼ਾਰਾਂ ਕਰੋੜਾਂ ਦੇ ਬਿਜ਼ਨਸਮੈਨ ਨੇ, ਤਾਂ ਉਹ ਕਿਤੇ ਨਾ ਕਿਤੇ ਧੰਦੇਬਾਜ਼ ਜਿਹੜੇ ਨੇ ਉਹ ਸਾਰਾ ਕੁਝ ਲੈ ਕੇ ਆ ਰਹੇ ਹੈ। ਇਸ ਗੱਲ ਦੀ ਕੋਈ ਸਾਇੰਟੀਫਿਕ ਐਵੀਡੈਂਸ ਇੱਕ ਵੀ ਨਹੀਂ ਹੈ ਕਿ ਜੋ ਇਲਾਜ ਕੀਤਾ ਜਾ ਰਿਹਾ ਉਹਦਾ ਕੋਈ ਵਧੀਆ ਇਫੈਕਟ ਹੁੰਦਾ ਸਰੀਰ ਦੇ ਉੱਪਰ। ਅਤੇ ਫਿਰ ਡਾਕਟਰ ਸਾਹਿਬ, ਇੱਕ ਬੜਾ ਅਹਿਮ ਸਵਾਲ ਹੈ ਕਿ ਸਵਾਲ ਇਹ ਹੈ ਕਿ ਜਦੋਂ ਖਾਂਸੀ ਅਤੇ ਜ਼ੁਕਾਮ ਤੁਸੀਂ ਕਹਿ ਰਹੇ ਹੋ ਕਿ 7 ਦਿਨ ਆਪਣੇ ਆਪ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਕਹਾਵਤ ਸੀ ਕਿ ਆਪਣੇ ਆਪ ਠੀਕ ਹੋ ਜਾਂਦਾ, ਫਿਰ ਇਹਨੂੰ ਜ਼ੁਕਾਮ ਅਤੇ ਖਾਂਸੀ ਨੂੰ ਕਦੋਂ ਸੀਰੀਅਸ ਲੈਣਾ ਚਾਹੀਦਾ? ਜ਼ੁਕਾਮ ਅਤੇ ਖਾਂਸੀ ਨੂੰ ਸੀਰੀਅਸ ਲੈਣ ਵਾਸਤੇ ਇੱਕ ਗੱਲ ਆਪਾਂ ਨੂੰ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਸਰੀਰ ਦੀ ਇਮਿਊਨਿਟੀ ਅਗਰ ਠੀਕ ਹੈ ਤਾਂ ਉਸ ਬੰਦੇ ਦਾ ਕੋਈ ਵਾਇਰਸ, ਕੋਈ ਬੈਕਟੀਰੀਆ ਕੁਛ ਨਹੀਂ ਵਿਗਾੜ ਸਕਦਾ। ਸੋ ਇਸ ਕਰਕੇ ਇਹਨੂੰ ਸੀਰੀਅਸ ਲੈਣ ਦੀ ਬਜਾਏ ਆਪਣੀ ਇਮਿਊਨਿਟੀ ਨੂੰ ਸੀਰੀਅਸਲੀ ਲੈਣਾ ਚਾਹੀਦਾ ਕਿ ਤੁਸੀਂ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਸੀਰੀਅਸਲੀ ਲਓ। ਉਹਨੂੰ ਕੰਪਰੋਮਾਈਜ਼, ਜਿਹੜੀ ਚੀਜ਼ ਇਮਿਊਨਿਟੀ ਖਰਾਬ ਕਰਦੀ ਉਹਨੂੰ ਨਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਔਰ ਜਿਹੜੀ ਇਮਿਊਨਿਟੀ ਵਧਾਉਂਦੀ ਹੈ ਉਹਨੂੰ ਹੋਰ ਵਧੀਆ ਢੰਗ ਦੇ ਨਾਲ ਆਪਣੇ ਉੱਪਰ ਲਾਗੂ ਕਰੋ। ਖਾਣ ਪੀਣ ਹੈ ਤੁਹਾਡਾ ਰਹਿਣ ਸਹਿਣ ਹੈ, ਤੁਹਾਡਾ ਕੋਈ ਵਰਜਿਸ਼ ਕਰਦੇ ਹੋ ਨਹੀਂ ਕਰਦੇ, ਪੋਲੂਟਡ ਹਵਾ 'ਚ ਰਹਿੰਦੇ ਹੋ ਨਹੀਂ ਰਹਿੰਦੇ,
ਤਾਂ ਔਰ ਦਵਾ ਪੌਦੇ ਯੂਜ਼ ਕਰਦੇ ਉਹ ਨਹੀਂ ਕਰਦੇ। ਕਿੰਨੀਆਂ ਗੱਲਾਂ ਨੇ ਜਿਹੜੀਆਂ ਕਿ ਇਮਿਊਨਿਟੀ ਘਟਾਉਂਦੀਆਂ ਨੇ ਤੇ ਕਿੰਨੀਆਂ ਗੱਲਾਂ ਦੀ ਇਮਿਊਨਿਟੀ ਵਧਾਉਂਦੀਆਂ ਨੇ, ਉਹਦੀ ਪੂਰੀ ਲਿਸਟ ਹੈਗੀ ਆ। ਕੋਈ ਐਸੀ ਗੱਲ ਨਹੀਂ ਹੈ ਕੋਈ ਸੀਕਰਟ ਹੈ, ਕੋਈ ਪ੍ਰੋਫੈਸ਼ਨਲ ਸੀਕਰਟ ਤਾਂ ਹੈ ਨਹੀਂ ਉਹ। ਤਾਂ ਇਸ ਕਰਕੇ ਪੂਰੇ ਦੇ ਪੂਰੇ ਜਿਹੜੇ ਨੇ ਉਹ ਤਰੀਕੇ ਜਿਹੜੇ ਇਮਿਊਨਿਟੀ ਘਟਾਉਂਦੇ ਨੇ ਤੇ ਪੂਰੇ ਦੇ ਪੂਰੇ ਉਹ ਤਰੀਕੇ ਜਿਹੜੇ ਇਮਿਊਨਿਟੀ ਵਧਾਉਂਦੇ ਨੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਆ। ਜੇ ਉਹ ਸਾਨੂੰ ਪਤਾ ਨੇ ਤਾਂ ਕਿਸੇ ਬੁੱਢੇ ਦਾ ਕੁਝ ਨਹੀਂ ਵਿਗੜਦਾ, ਕਿਸੇ ਬੱਚੇ ਦਾ ਕੁਝ ਨਹੀਂ ਵਿਗੜਦਾ। ਤਾਂ ਇਹ ਬੜੀ ਸਪਸ਼ਟ ਜਿਹੜਾ ਮਤਲਬ ਮੈਂ ਸਮਝਦਾ ਕਿ ਮੈਸੇਜ ਜਾਣਾ ਚਾਹੀਦਾ। ਔਰ ਜੇ ਅਗਰ ਜ਼ੁਕਾਮ ਹੋ ਵੀ ਜਾਂਦਾ ਤਾਂ ਜਿਹੜੀ ਅਸੀਂ ਡਾਈਟ ਕਹਿ ਰਹੇ ਹਾਂ 3 ਦਿਨ ਦੀ ਡਾਈਟ ਆ, ਜਿਹੜੀ ਲਿਕੁਇਡ ਡਾਈਟ ਆ ਜੀ, ਲਿਕੁਇਡ ਡਾਈਟ ਦੇ ਅੰਦਰ ਅਗਰ ਬੰਦਾ ਅਡੋਪਟ ਕਰ ਲੇ ਤਾਂ ਕੋਈ, ਮੈਂ ਅੱਜ ਤੱਕ ਇੱਕ ਮਰੀਜ਼ ਵੀ ਇਹੋ ਜਿਹਾ ਨਹੀਂ ਮਿਲਿਆ ਮੈਨੂੰ ਜਿਹੜਾ ਕਿ ਅਸੀਂ ਲਿਕੁਇਡ ਡਾਈਟ 'ਤੇ ਪਾਇਆ ਹੋਵੇ ਤਾਂ ਠੀਕ ਨਾ ਹੋਇਆ ਹੋਵੇ। ਤਾਂ ਹਜ਼ਾਰਾਂ ਮਰੀਜ਼ ਜਿਹੜੇ ਨੇ ਉਹ ਉਸ ਡਾਈਟ ਨੂੰ ਵਰਤ ਕੇ ਤੇ ਪਲੱਸ ਥੋੜ੍ਹੇ ਜਿਹੇ ਨਾਲ ਕਾੜੇ ਵਰਤ ਕੇ ਤੰਦਰੁਸਤ ਹੋ ਰਹੇ ਆ। ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ। ਇਸ ਕਰਕੇ ਕੋਈ ਐਡੀ ਸੀਰੀਅਸ ਲੈਣ ਵਾਲੀ ਗੱਲ ਹੁੰਦੀ ਨਹੀਂ ਹੈ ਉਹਦੇ 'ਚ। ਮੇਰਾ ਅਗਲਾ ਸਵਾਲ ਵੀ ਇਹੀ ਸੀ ਜਿਹਦੇ ਵਿੱਚ ਤੁਸੀਂ ਲਗਭਗ ਜਵਾਬ ਦਿੱਤਾ। ਡਾਕਟਰ ਸਾਹਿਬ, ਫਿਰ ਜਦੋਂ ਜ਼ੁਕਾਮ ਤੇ ਇਸ ਤਰ੍ਹਾਂ ਦੇ ਵਾਇਰਸਿਸ ਸਾਡੇ ਸਰੀਰ ਦੇ ਵਿੱਚ ਆ ਜਾਂਦਾ ਹੈ, ਖਾਂਸੀ ਹੋ ਜਾਂਦੀ ਹੈ ਤੇ ਸਾਰੇ ਘਰ ਦੇ ਵਿੱਚ ਮਾਹੌਲ ਬੜਾ ਦਹਿਸ਼ਤ ਵਾਲਾ ਬਣ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ, ਜਿਸ ਤਰ੍ਹਾਂ ਦਾ ਮਾਹੌਲ ਅੱਜ ਕੱਲ੍ਹ ਚੱਲ ਰਿਹਾ ਹੈ। ਤੋ ਉਸ ਵੇਲੇ ਸਾਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸੋ ਕਿ ਜਿਹੜੀ ਸਾਡੀ ਖੁਰਾਕ ਹੈਗੀ ਹੈ, ਸਾਡਾ ਖਾਣ ਪਾਨ ਹੈਗਾ, ਤੁਸੀਂ ਲਿਕੁਇਡ ਦੀ ਗੱਲ ਕਰਦੇ ਹੋ, ਜੂਸ ਵਗੈਰਾ ਦੀ ਤੁਸੀਂ ਗੱਲ ਕਰ ਰਹੇ ਹੋ, ਕਾੜੇ ਦੀ ਗੱਲ ਕਰ ਰਹੇ ਹੋ, ਉਹ ਕੀ ਸ਼ੈ ਨੇ ਜੀ? ਉਹ ਕਾਸਿਫ ਦੋ ਪਾਰਟ ਜਿਹੜੇ ਨੇ, ਇੱਕ ਤਾਂ ਜਿਹੜਾ ਤੁਸੀਂ ਪਹਿਲੀ ਗੱਲ ਕੀਤੀ ਹੈ ਕਿ ਇਹਨੂੰ ਦਹਿਸ਼ਤ ਬਣਾ ਰੱਖਿਆ। ਮੈਂ ਸਮਝਦਾ ਕਿ ਬਹੁਤ ਹੀ ਸਾਡੀ ਪ੍ਰੋਫੈਸ਼ਨ ਦੀ ਵੀ ਟ੍ਰੈਜਡੀ ਹੈ ਔਰ ਸਮਾਜ ਦੀ ਵੀ ਟ੍ਰੈਜਡੀ ਹੈ ਕਿ ਜ਼ੁਕਾਮ ਨੂੰ ਗਲਤ ਅੰਦਾਜ਼ ਨਾਲ ਪੁੱਟ ਕੀਤਾ ਜਾ ਰਿਹਾ, ਗਲਤ ਅੰਦਾਜ਼ ਨਾਲ ਪੇਸ਼ ਕੀਤਾ ਜਾ ਰਿਹਾ। ਜ਼ੁਕਾਮ ਮਨੁੱਖ ਦਾ ਸਭ ਤੋਂ ਵਧੀਆ ਟੂਲ ਹੈ। ਜ਼ੁਕਾਮ ਸਾਡਾ ਜਿਹੜਾ ਸਾਡੇ ਲਈ ਗਿਫਟ ਹੈ ਇੱਕ ਨੇਚਰ ਦਾ। ਜੇ ਜ਼ੁਕਾਮ ਨਾ ਹੋਵੇ ਤਾਂ ਸਾਡਾ 4 ਦਿਨਾਂ 'ਚ ਫੇਫੜੇ ਖਰਾਬ ਹੋ ਜਾਣ। ਤਾਂ ਜ਼ੁਕਾਮ ਨੂੰ ਜੀ ਆਇਆਂ ਕਹਿਣਾ ਚਾਹੀਦਾ। ਵੈਸੇ ਤਾਂ ਹੁਣ ਤਾਂ ਸਾਰੀਆਂ ਬਿਮਾਰੀਆਂ ਬਾਰੇ ਆ ਗਿਆ ਹੋਇਆ ਲਗਭਗ ਕਿ ਬਿਮਾਰੀਆਂ ਸਾਨੂੰ ਬਿਮਾਰ ਕਰਨ ਨਹੀਂ ਆਉਂਦੀਆਂ, ਬਿਮਾਰੀਆਂ ਸਾਨੂੰ ਤੰਦਰੁਸਤ ਕਰਨ ਆਉਂਦੀਆਂ ਨੇ। ਇਹ ਬੜਾ 21st ਸੈਂਚਰੀ ਦੀ ਜਿਹੜੀ ਇਮਿਊਨਿਟੀ ਦੀ ਸਾਇੰਸ ਹੈ ਉਹ ਅੱਜ ਇੱਥੇ ਆ ਗਈ ਹੋਈ ਹੈ ਕਿ ਜਿੰਨੀਆਂ ਇਨਫੈਕਸ਼ਨਾਂ ਹੁੰਦੀਆਂ ਨੇ ਉਹ ਸਾਨੂੰ ਬਿਮਾਰ ਕਰਨ ਲਈ ਨਹੀਂ ਆਉਂਦੀਆਂ, ਉਲਟਾ ਸਾਨੂੰ ਤਕੜਾ ਕਰਨ ਲਈ ਆਉਂਦੀਆਂ ਨੇ। ਉਹ ਅਸੀਂ ਬਿਮਾਰ ਇਸ ਕਰਕੇ ਹੋ ਜਾਂਦੇ ਹਾਂ ਜਾਂ ਮਰ ਇਸ ਕਰਕੇ ਜਾਂਦੇ ਹਾਂ ਕਿ ਅਸੀਂ ਵੀਕ ਹੁੰਦੇ ਹਾਂ ਬਹੁਤ ਜ਼ਿਆਦਾ। ਸਾਡੀ ਵੀਕਨੈਸ ਸਾਨੂੰ ਮਾਰਦੀ ਹੈ, ਨਾ ਕਿ ਉਹ ਬਿਮਾਰੀ ਮਾਰਦੀ ਹੈ। ਬਿਮਾਰੀ ਐਕਚੁਅਲੀ ਸਾਨੂੰ ਹੋਰ ਮਜ਼ਬੂਤ ਕਰਨ ਲਈ ਆਈ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਨਾਲ ਢਲਣਾ ਹੁੰਦਾ। ਉਹ ਢਲਣ ਦੀ ਪ੍ਰਕਿਰਿਆ, ਮਤਲਬ ਮੌਸਮ ਬਦਲਿਆ ਤਾਂ ਉਹ ਵਾਇਰਸ ਨਵੀਆਂ ਆਉਣੀਆਂ ਨੇ। ਸੋ ਜਦੋਂ ਢਲਦੇ ਹਾਂ ਅਸੀਂ ਤਾਂ ਉਹ ਜਿਹੜੇ ਢਲਣ ਦੀ ਪ੍ਰਕਿਰਿਆ ਉਹਦੇ ਅੰਦਰ ਛੋਟੀਆਂ ਮੋਟੀਆਂ ਜ਼ੁਕਾਮ ਆਉਂਦਾ। ਤਾਂ ਜ਼ੁਕਾਮ ਬਾਰੇ ਮੈਂ ਸਮਝਦਾ ਕਿ ਬਹੁਤ ਹੀ ਛਿੱਕਾਂ ਨੇ, ਖਾਂਸੀ ਹੈ, ਬੁਖਾਰ ਹੈ, ਇਹ ਐਡੇ ਬਿਊਟੀਫੁਲ ਸਿੰਪਟਮ ਨੇ, ਐਡੇ ਸੁੰਦਰ ਸਿੰਪਟਮ ਨੇ, ਐਡੀ ਸੁੰਦਰ ਜਿਹੜੀ ਪ੍ਰਕਿਰਿਆ ਹੈ ਕੁਦਰਤ ਦੀ ਜਿਹੜੀ ਸਾਨੂੰ ਬਚਾਉਂਦੀ ਹੈ ਸਾਡੇ ਫੇਫੜਿਆਂ ਨੂੰ। ਤਾਂ ਇਸ ਕਰਕੇ ਇਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ। ਛੋਟੀਆਂ ਮੋਟੀਆਂ ਬਿਮਾਰੀਆਂ ਸਾਰੀਆਂ ਨੂੰ ਹੀ, ਔਰ ਖਾਸ ਕਰਕੇ ਜ਼ੁਕਾਮ ਨੂੰ ਜੀ ਆਇਆਂ ਕਹਿਣਾ ਚਾਹੀਦਾ। ਜ਼ੁਕਾਮ ਤੋਂ ਕਦੀ ਡਰਨਾ ਨਹੀਂ ਚਾਹੀਦਾ। ਜ਼ੁਕਾਮ ਲੱਗ ਗਿਆ ਤਾਂ ਸਮਝੋ ਤੁਸੀਂ ਆਉਣ ਵਾਲੇ ਸਮੇਂ 'ਚ 1 ਸਾਲ ਲਈ ਸੇਫ ਹੋ ਗਏ। ਤਾਂ ਇਸ ਕਰਕੇ ਜ਼ੁਕਾਮ ਤੋਂ ਡਰਨ ਦੀ ਲੋੜ ਨਹੀਂ ਹੁੰਦੀ। ਦੂਜੀ ਗੱਲ ਜਿਹੜੀ ਹੈ ਕਿ ਇਹਦਾ ਹੱਲ ਕੀ ਹੈ? ਹੱਲ ਬੜਾ ਸਪਸ਼ਟ ਹੈ। ਜਿੱਦਾਂ ਜੀ ਸਾਡੀ ਡਾਈਟ ਬਹੁਤ ਖਰਾਬ ਹੈ, ਇੱਕ ਤਾਂ ਖਰਾਬ ਚੀਜ਼ਾਂ ਬੰਦ ਕਰੋ ਖਾਣੀਆਂ। ਉਹਦੇ ਅੰਦਰ ਜਿਹੜੀ ਖਰਾਬ ਚੀਜ਼ਾਂ ਨੇ ਉਹ ਹੈਗੇ ਨੇ ਪ੍ਰੋਸੈਸਡ ਫੂਡਸ। ਅੱਜ ਸਾਡੇ ਆਲੇ ਦੁਆਲੇ ਇੱਕ ਹਨੇਰੀ ਆਈ ਹੋਈ ਹੈ ਜਿਹੜੇ ਇੰਡਸਟਰੀਅਲ ਫੂਡਸ ਨੇ, ਜਿਹੜੇ ਕਿ ਫੂਡ ਸਾਡਾ ਰॉ ਨਹੀਂ ਹੈ, ਕੱਚਾ ਨਹੀਂ ਹੈ ਜਾਂ ਕੁਦਰਤੀ ਨਹੀਂ ਹੈ। ਤਾਂ ਉਹਦੀ ਬਜਾਏ ਉਹ ਕੀ ਕਰਦੇ ਆ, ਸਾਡੀ ਸਾਰੀ ਫਸਲਾਂ ਨੂੰ ਚੱਕ ਕੇ ਪਹਿਲਾਂ ਇੰਡਸਟਰੀ 'ਚ ਲੈ ਜਾਂਦੇ ਆ, ਫਿਰ ਉਹਨੂੰ ਐਸੀ ਗੰਦੀ ਸ਼ਕਲ 'ਚ ਬਣਾ ਕੇ ਭੇਜਦੇ ਆ। ਜਿਵੇਂ ਤੇਲਾਂ ਨੂੰ ਰਿਫਾਈਨਡ ਤੇਲ ਬਣਾਤਾ, ਗੰਨੇ ਨੂੰ ਜਿਹੜੀ ਰਿਫਾਈਨਡ ਸ਼ੂਗਰ ਬਣਾਤਾ, ਜਿਹੜੇ ਖਾਣੇ ਅੱਗੇ ਲੈ ਕੇ ਪੈਕਟਾਂ 'ਚ ਬੰਦ ਕਰਕੇ ਭੇਜੇ ਉਹ ਅੱਗੇ ਰਿਫਾਈਨਡ ਕਰਕੇ। ਤਾਂ ਸਾਰੀਆਂ ਚੀਜ਼ਾਂ, ਹਰ ਚੀਜ਼ ਦੀ ਸੋ ਕਾਲਡ ਰਿਫਾਈਨਡ ਜਿਹੜੀਆਂ ਨੇ, ਇਹ ਸਾਰੀਆਂ ਕਿਤੇ ਨਾ ਕਿਤੇ ਬਿਮਾਰ ਕਰਦੀਆਂ ਨੇ। ਸੋ ਉਹਦੇ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਕਿ ਕੋਈ ਵੀ ਫੂਡ ਜਿੱਦਾਂ ਕੁਦਰਤ ਨੇ ਦਿੱਤਾ। ਔਰ ਪਲਾਂਟ ਬੇਸਡ ਫੂਡ, ਜਿਹੜੀ ਚਾਈਨਾ ਸਟੱਡੀ ਦਾ ਬਹੁਤ ਪ੍ਰੋਮੀਨੈਂਟ ਮੈਸੇਜ ਹੈ, ਪਲਾਂਟ ਬੇਸਡ ਹੋਲ ਫੂਡ, ਕਿ ਪੌਦਿਆਂ 'ਤੇ ਆਧਾਰਿਤ ਖਾਣਾ ਜਿੱਦਾਂ ਕੁਦਰਤ 'ਚ ਮਿਲਦਾ ਉਹ ਸਾਡੇ ਲਈ ਹੈਲਦੀ ਖਾਣਾ ਹੈ। ਜੇ ਅਸੀਂ ਉਸ ਤੋਂ ਪਾਸੇ ਜਾਵਾਂਗੇ ਤਾਂ ਬਿਮਾਰ ਹੋਵਾਂਗੇ, ਜੋ ਕਿ ਅਸੀਂ ਬਹੁਤ ਬੁਰੀ ਤਰ੍ਹਾਂ ਜਾਣਦੇ ਹਾਂ। ਔਰ ਸਹੀ ਬੱਚਿਆਂ ਨੇ, ਖਾਸ ਕਰਕੇ ਯੂਥ ਨੇ ਇੰਨੀਆਂ ਗੰਦੀਆਂ ਆਦਤਾਂ ਪਾ ਲਈਆਂ ਹੋਈਆਂ ਨੇ ਕਿ ਉਹ ਲਗਾਤਾਰ ਬਿਮਾਰ ਰਹੀ ਜਾਂਦੇ ਆ। ਦੂਜੀ ਚੀਜ਼ ਜਿਹੜੀ ਹੈਗੀ, ਦੁੱਧ ਬਿਮਾਰ ਕਰ ਰਿਹਾ ਸਾਨੂੰ ਬਹੁਤ ਜ਼ਿਆਦਾ। ਦੁੱਧ ਦਾ ਜਿਹੜਾ ਪ੍ਰੋਟੀਨ ਹੈ, ਮਿਲਕ ਪ੍ਰੋਟੀਨ ਹੈ, ਪਤਾ ਨਹੀਂ ਉਹ ਦੁੱਧ ਨੂੰ ਕੁਛ ਹੋ ਗਿਆ ਕਿ ਬੰਦੇ ਨੂੰ ਕੁਛ ਹੋ ਗਿਆ। ਮਿਲਕ ਪ੍ਰੋਟੀਨ ਬਹੁਤ ਜ਼ਿਆਦਾ ਬਿਮਾਰ ਕਰ ਰਿਹਾ। ਦੁੱਧ ਦੀ ਵਰਤੋਂ ਜਿਹੜੀ ਹੈ ਘਟਾਉਣੀ ਚਾਹੀਦੀ ਹੈ। ਜੇ ਦੁੱਧ ਦੀ ਵਰਤੋਂ ਮਾੜੀ ਮੋਟੀ ਕਰਨੀ ਤਾਂ ਦਹੀਂ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਵੀ ਬਿਹਤਰ ਨੇ। ਇਸੇ ਤਰ੍ਹਾਂ ਸਾਡੀ ਕਣਕ ਸਾਨੂੰ ਥੋੜ੍ਹਾ ਜਿਹਾ ਬਿਮਾਰ ਕਰ ਰਹੀ, ਜਿਹੜੀ ਫਿਰ ਠਿੱਗਣੀ ਜਿਹੀ ਕਣਕ ਆਈ ਹੈ। ਤਾਂ ਇਹ ਕੁਛ ਖੁਰਾਕਾਂ ਨੇ ਜਿਹੜੀਆਂ ਸਾਨੂੰ ਖਰਾਬ ਕਰਦੀਆਂ ਨੇ। ਇਹਦੀ ਬਜਾਏ ਜੇ ਅਸੀਂ ਪਲਾਂਟ ਬੇਸਡ ਹੋਲ ਫੂਡ ਖਾਵਾਂਗੇ ਅਤੇ ਨਾਲ ਮੈਡੀਸਨਲ ਪਲਾਂਟਸ ਯੂਜ਼ ਕਰਾਂਗੇ ਤਾਂ ਅਸੀਂ ਬਿਲਕੁਲ ਵੀ ਬਿਮਾਰ ਨਹੀਂ ਹੁੰਦੇ। ਨਾ ਕੋਈ ਕਿਸੇ ਨੂੰ ਜ਼ੁਕਾਮ ਲੱਗੇਗਾ ਵੀ 2-4 ਦਿਨ, ਤਾਂ ਉਲਟਾ ਉਹਨੂੰ ਮਜ਼ਬੂਤ ਕਰਕੇ ਜਾਏਗਾ। ਆਉਣ ਵਾਲੇ ਸਾਲ ਲਈ ਤੁਸੀਂ ਮਤਲਬ ਸੇਫ ਹੋ ਗਏ ਕਿ ਤੁਹਾਡੇ ਫੇਫੜੇ ਕਦੀ ਖਰਾਬ ਨਹੀਂ ਹੋਣਗੇ। ਸੋ ਇਸ ਕਰਕੇ ਜਿਹੜਾ ਆਪਣਾ ਖਾਣ ਪੀਣ ਹੈ, ਆਪਣਾ ਰਹਿਣ ਸਹਿਣ ਹੈ, ਵਰਜਿਸ਼ ਕਰਨੀ, ਧੁੱਪੇ ਬੈਠਣਾ। ਅਸੀਂ ਧੁੱਪ 'ਚ ਨਹੀਂ ਨਿਕਲਦੇ,
ਧੁੱਪੇ ਬੈਠਣਾ ਜਿਹੜੀ ਐਡੀ ਧੁੱਪ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਪੂਰੀ ਦੀ ਪੂਰੀ ਇਮਿਊਨਿਟੀ ਨੂੰ ਬੂਸਟ ਕਰਦੀਆਂ ਨੇ। ਉਹ ਵਿਟਾਮਿਨ ਡੀ ਨਿਕਲਣਾ ਬਣਾਉਂਦੀਆਂ, ਸਾਡੇ ਪੂਰੇ ਦੇ ਪੂਰੇ ਸਰੀਰ ਨੂੰ ਜਿਹੜੀ ਹੈ ਉਹ ਅੰਦਰੋਂ ਦੀ ਇਮਿਊਨਿਟੀ ਨੂੰ ਬੂਸਟ ਅਪ ਕਰਦੀਆਂ ਨੇ। ਤੇ ਇਸ ਕਰਕੇ ਧੁੱਪੇ ਬੈਠਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਮਸ਼ੱਕਤ ਕਰਨੀ, ਸਖਤ ਕੰਮ ਕਰਨਾ, ਮਿਹਨਤ ਕਰਨੀ, ਐਕਸਰਸਾਈਜ਼ ਕਰਨੀ, ਤਾਂ ਇਹ ਸਾਰਾ ਕਿਤੇ ਨਾ ਕਿਤੇ ਯੋਗਾ ਕਰਨਾ, ਤਾਂ ਔਰ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਕਿਤੇ ਨਾ ਕਿਤੇ ਸਿਹਤਮੰਦ ਕਰਦੀਆਂ ਨੇ। ਜਿਸ ਬੰਦੇ ਨੇ ਇਹ ਅਡਾਪਟ ਕੀਤੀਆਂ ਹੋਣਗੀਆਂ, ਕਿਸੇ ਵੀ ਉਮਰ ਦਾ ਹੋਵੇ ਉਹਨੂੰ ਕੋਈ ਖਤਰਾ ਨਹੀਂ ਹੈ। ਤੇ ਡਾਕਟਰ ਸਾਹਿਬ ਤੁਸੀਂ ਇੱਕ ਜਾਦੂਈ ਕਾੜੇ ਦੀ ਗੱਲ ਕਰਦੇ ਹੋ ਕਿ ਜਿਹੜਾ ਸਰੀਰ ਦੇ ਵਿੱਚ ਜਾਂਦਾ ਹੈ ਜਦੋਂ ਖਾਂਸੀ ਜਾਂ ਜ਼ੁਕਾਮ ਹੁੰਦਾ ਹੈ, ਉਹ ਇੱਕ ਤਰ੍ਹਾਂ ਚਮਤਕਾਰ ਕਰ ਦਿੰਦਾ ਹੈ, ਇੰਨੀ ਜ਼ਿਆਦਾ ਐਨਰਜੀ ਸਾਨੂੰ ਦਿੰਦਾ ਹੈ ਬਿਮਾਰੀਆਂ ਦੇ ਖਿਲਾਫ ਲੜਨ ਦੀ, ਤੇ ਕਿ ਕਮਾਲ ਹੈ। ਕਿਉਂਕਿ ਮੈਂ ਖੁਦ ਵੀ ਵਰਤਿਆ, ਮੈਂ ਖੁਦ ਵੀ ਵਰਤਦਾ ਉਸ ਨੂੰ। ਤੇ ਉਹ ਬਣਦਾ ਕੀ, ਉਹ ਚੀਜ਼ ਕਿਸ ਤਰੀਕੇ ਨਾਲ ਬਣਦੀ ਹੈ, ਕਿਹੜੇ ਦਰਖਤਾਂ ਦੇ ਪੱਤੇ ਨੇ ਸਾਨੂੰ ਜਿਹੜੇ ਆਮ ਕਰਕੇ ਘਰਾਂ ਦੇ ਵਿੱਚ ਮਿਲ ਜਾਂਦੇ ਨੇ ਤੇ ਅਸੀਂ ਰਸੋਈ ਦੇ ਵਿੱਚ ਹੀ ਉਹ ਫਾਰਮੂਲਾ ਤਿਆਰ ਕਰ ਲੈਂਦੇ ਹਾਂ? ਬਿਲਕੁਲ, ਜਿਹੜਾ ਕਾੜਾ ਆਮ ਜ਼ੁਕਾਮ ਵਾਸਤੇ ਵਰਤਦੇ ਨਾ ਆਪਾਂ, ਉਹਦੇ 7-8 ਚੀਜ਼ਾਂ ਪੈਂਦੀਆਂ ਨੇ। ਕੋਈ ਐਡੇ ਉਹ ਸਾਰੀਆਂ ਸਾਡੇ ਘਰ 'ਚ ਹੈਗੀਆਂ ਨੇ। ਜਿਵੇਂ ਅਜਵਾਇਣ ਪਾ ਸਕਦੇ ਹਾਂ ਅਸੀਂ, ਜੀਰਾ ਪਾ ਸਕਦੇ ਹਾਂ, ਉਹਦੇ 'ਚ ਛੋਟੀ ਇਲਾਚੀ, ਮੋਟੀ ਇਲਾਚੀ, ਦਾਲਚੀਨੀ, ਤੁਲਸੀ, ਹਲਦੀ ਥੋੜ੍ਹੀ ਜਿਹੀ। ਤਾਂ ਇਹਨਾਂ ਦੇ ਕਾੜੇ ਅਲੱਗ-ਅਲੱਗ ਵੀ ਪੀਤੇ ਜਾ ਸਕਦੇ ਆ। ਬੈਟਰ ਹੈ ਜੇ ਅਸੀਂ ਥੋੜ੍ਹੇ 2-3 ਕਾੜੇ ਅਲੱਗ-ਅਲੱਗ ਬਣਾ ਲਈਏ, ਕਿਉਂਕਿ ਕਾੜੇ ਜਦੋਂ ਜੇ ਮੰਨ ਲਓ ਤੁਹਾਨੂੰ ਜ਼ੁਕਾਮ ਹੋ ਰਿਹਾ ਤਾਂ ਆਪਾਂ ਨੇ 1 ਦਿਨ ਜਾਂ 2 ਦਿਨ ਲਿਕੁਇਡ ਡਾਈਟ ਲੈਣੀ ਹੈ, ਤਾਂ ਆਪਾਂ ਨੂੰ ਦਿਨ 'ਚ 3 ਜਾਂ 4 ਵਾਰੀ ਕਾੜਾ ਪੀ ਸਕਦੇ ਹਾਂ ਆਪਾਂ, ਜੇ ਅਲੱਗ-ਅਲੱਗ ਬਣਾਇਆ। ਮੰਨ ਲਓ ਹਲਦੀ ਦਾ ਕਾੜਾ 1 ਵਾਰੀ ਪੀ ਲਿਆ, ਅਜਵਾਇਣ ਜੀਰੇ ਦਾ, ਕਾਲੀ ਮਿਰਚ ਦਾ ਕਾੜਾ 1 ਵਾਰੀ ਪੀ ਲਿਆ, ਤੁਲਸੀ ਦਾ ਕਾੜਾ 1 ਵਾਰੀ ਪੀ ਲਿਆ, ਇੱਕ ਅੱਧਾ ਕਾੜਾ ਆਪਾਂ ਬਣਾ ਕੇ ਹੋਰ ਫਿਰ ਨਾਲ ਜੂਸ ਪੀ ਲਿਆ। ਵਿਟਾਮਿਨ ਸੀ ਵਾਲੇ ਜਿੰਨੇ ਵੀ ਜੂਸਿਸ ਨੇ, ਜਿਹੜੇ ਜੂਸੀ ਫਲ ਨੇ, ਜਿਵੇਂ ਸੰਤਰਾ ਹੈ, ਮੌਸੰਮੀ ਹੈ, ਕੀਨੂ ਹੈ, ਜਾਂ ਅਨਾਰ ਹੈ, ਜਾਂ ਪਾਈਨਐਪਲ ਹੈ, ਤਾਂ ਜਿੰਨੇ ਜੂਸੀ ਫਲ ਨੇ ਉਹਦੇ ਅੰਦਰ ਵਿਟਾਮਿਨ ਸੀ, ਔਰ ਖੱਟੇ ਖਾਸ ਕਰਕੇ ਜਿਹੜੇ ਖਟਿਆਸ ਦੇ ਨੇ, ਤਾਂ ਖੱਟੇ ਔਰ ਜੂਸੀ ਫਲ ਜਿਹੜੇ ਨੇ ਉਹ ਇੰਨੇ ਵਧੀਆ ਨੇ ਤੁਹਾਡੇ ਇਮਿਊਨਿਟੀ ਅਪ ਕਰਨ ਲਈ। ਉਹਦੇ ਅੰਦਰ ਨੈਚੁਰਲ ਵਿਟਾਮਿਨ ਸੀ ਹੁੰਦਾ। ਤਾਂ ਵਿਟਾਮਿਨ ਸੀ ਜਦੋਂ ਵੀ ਤੁਸੀਂ ਇੱਕ ਖਾਸ ਮਾਤਰਾ 'ਚ ਲੈ ਲਓਗੇ ਤਾਂ ਮਤਲਬ ਹੀ ਨਹੀਂ ਤੁਸੀਂ ਬਿਮਾਰ ਹੋ ਜਾਓ। ਤਾਂ ਵਿਟਾਮਿਨ ਸੀ ਜਿਹੜਾ ਚਾਹੀਦਾ ਉਹ ਫਲਾਂ ਤੋਂ ਆ ਜਾਊਗਾ। ਨਾਰੀਅਲ ਪਾਣੀ, ਸੋ ਫਰੂਟ ਜੂਸ, ਨਾਰੀਅਲ ਪਾਣੀ ਅਤੇ ਕਾੜੇ 3 ਲਿਕੁਇਡ ਨੇ, ਜਿਹਨਾਂ ਨੂੰ ਅਸੀਂ 4-4 ਗਲਾਸ ਅਗਰ ਲੈ ਲਈਏ, 12 ਗਲਾਸ ਦਿਨ 'ਚ, ਪਹਿਲੇ ਦਿਨ, ਅਗਲੇ ਦਿਨ ਥੋੜ੍ਹੇ ਜਿਹੇ ਘਟਾ ਦਿਓ, ਥੋੜ੍ਹਾ ਜਿਹਾ ਨਾਲ ਰॉ ਫਰੂਟ ਕਰ ਦਿਓ, ਸਬਜ਼ੀਆਂ, ਸਲਾਦ ਅਤੇ ਜਿਹੜੇ ਫਲ ਨੇ। ਉਸ ਤੋਂ ਤੀਜੇ ਦਿਨ ਥੋੜ੍ਹਾ ਜਿਹਾ ਉਹਨੂੰ ਹੋਰ ਘਟਾ ਕੇ ਥੋੜ੍ਹਾ ਜਿਹਾ ਖਿਚੜੀ ਟਾਈਪ ਖਾ ਲਓ। ਸੋ 3 ਦਿਨਾਂ ਦੇ ਵਿੱਚ ਸਾਰਾ ਦਾ ਸਾਰਾ ਜ਼ੁਕਾਮ ਜਿਹੜਾ ਠੀਕ ਹੋ ਜਾਂਦਾ। ਤਾਂ ਇਹ ਜਿਹੜੇ ਕਾੜੇ ਨੇ ਬਹੁਤ ਹੀ ਉੱਤਮ ਨੇ, ਕਿਉਂਕਿ ਕੁਦਰਤ ਨੇ ਸਾਡੇ ਆਲੇ ਦੁਆਲੇ ਜਿਹੜਾ ਸਾਨੂੰ ਬਹੁਤ ਵਧੀਆ ਗਿਫਟ ਦਿੱਤੇ ਹੋਏ ਆ, ਜਿਹਨਾਂ ਨੂੰ ਅਸੀਂ ਪਛਾਣਦੇ ਨਹੀਂ ਹਾਂ। ਤਾਂ ਉਹ ਜੇ ਅਗਰ ਗਿਫਟ ਅਸੀਂ ਲਾਈਫ 'ਚ ਅਡੋਪਟ ਕਰ ਲਈਏ, ਅਪਣਾ ਲਈਏ ਉਹਨਾਂ ਨੂੰ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਬਿਮਾਰੀ ਤੋਂ ਲੜਨ ਦੀ ਲੋੜ ਹੈ। ਮੈਂ ਤਾਂ ਓਪਨਲੀ ਚੈਲੰਜ ਕਰ ਰਿਹਾ ਇਹਨਾਂ ਨੂੰ, ਜਿਹੜੇ ਈਵਨ ਕਾਲੇ ਪੀਲੀਏ ਵਰਗੇ ਬੀ, ਸੀ ਅਤੇ HIV ਨੇ, ਈਵਨ ਇਹ ਵੀ ਜਿਹੜੇ ਨੇ ਇਹ ਬਹੁਤ ਹੀ ਟੁੱਚੂ ਜਿਹੀਆਂ ਬਿਮਾਰੀਆਂ ਨੇ। ਜੇ ਤੁਸੀਂ ਇਮਿਊਨਿਟੀ ਠੀਕ ਕਰ ਲਓ, ਤਿੰਨਾਂ 'ਚੋਂ ਕੋਈ ਵੀ ਨਹੀਂ ਬਚਦੀ। ਈਵਨ HIV ਦੇ ਪੇਸ਼ੈਂਟ ਜਿਹੜੇ ਇੰਨਾ ਹੰਗਾਮਾ ਕਰ ਰੱਖਿਆ ਇਹਨਾਂ ਨੇ, ਸਾਰੇ ਲਾਈਫ ਲੌਂਗ ਮਰੀਜ਼ ਬਣਾ ਰੱਖੇ ਆ। ਕੋਈ ਕਾਲੇ ਪੀਲੀ ਦਾ ਕਿੰਨਾ ਹੋਰ ਹੋਊਗਾ ਫੈਲਿਆ ਹੋਇਆ। ਸੋ ਕੋਈ ਵੀ ਵਾਇਰਸ, ਕੋਈ ਵੀ ਬੈਕਟੀਰੀਆ ਹੈਲਦੀ ਬੰਦੇ ਨੂੰ ਕੁਛ ਨਹੀਂ ਕਹਿ ਸਕਦਾ। ਇਹ ਸਿਰਫ ਬਿਮਾਰ ਬੰਦੇ ਦੀ ਨਿਸ਼ਾਨੀ ਹੈ, ਔਰ ਬਿਮਾਰੀ ਅਸਲ 'ਚ ਬਿਮਾਰ ਅਸੀਂ ਹੁੰਦੇ ਆਪਣੇ ਕਰਕੇ, ਕਿਸੇ ਵੀ ਵਾਇਰਸ ਜਾਂ ਬੈਕਟੀਰੀਆ ਕਰਕੇ ਨਹੀਂ ਬਿਮਾਰ ਹੁੰਦੇ। ਸੋ ਇਸ ਕਰਕੇ ਸਾਨੂੰ ਆਪਣੀ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਇਸ ਢੰਗ ਨਾਲ ਜਿਉਣਾ ਚਾਹੀਦਾ ਕਿ ਆਪਾਂ ਨੈਚੁਰਲ ਢੰਗ ਨਾਲ ਜੀਏ। ਆਪਣੇ ਉੱਪਰ ਜਿਹੜਾ ਅਸੀਂ ਜਿਹੜਾ ਭਾਂਤ ਦੇ ਕੈਮੀਕਲ ਔਰ ਭਾਂਤ ਦੀਆਂ ਨਕਲੀ ਚੀਜ਼ਾਂ ਜਿਹੜੀਆਂ ਨੇ ਅਤੇ ਇੰਡਸਟਰੀਅਲ ਫੂਡਸ ਜਿਹੜੇ ਠੋਸ ਰੱਖੇ ਆ, ਉਹ ਆਪਾਂ ਨੂੰ ਬਿਮਾਰ ਕਰ ਰਹੇ ਨੇ। ਅਤੇ ਇੱਕ ਜਾਂਦੇ ਡਾਕਟਰ ਸਾਹਿਬ, ਇੱਕ ਮੇਰਾ ਨਿੱਜੀ ਜਿਹਾ ਸਵਾਲ ਤੁਹਾਨੂੰ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਚੀਜ਼ ਅਡੋਪਟ ਕੀਤੀ ਹੋਈ ਹੈ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ। ਤੁਹਾਨੂੰ ਖਾਂਸੀ ਅਤੇ ਜ਼ੁਕਾਮ ਹੋਇਆ ਨੂੰ ਕਿੰਨਾ ਕੁ ਟਾਈਮ ਹੋ ਗਿਆ, ਤੁਹਾਨੂੰ ਯਾਦ ਹੈ? ਨਹੀਂ, ਖਾਂਸੀ ਜ਼ੁਕਾਮ ਹੋ ਜਾਂਦਾ ਮੈਨੂੰ ਤਾਂ। ਖਾਂਸੀ ਜ਼ੁਕਾਮ ਹੋਰ ਤਰ੍ਹਾਂ ਦਾ ਹੋ ਜਾਂਦਾ, ਉਹ ਜ਼ਿਆਦਾ ਬੋਲਣ ਕਰਕੇ। ਮੈਨੂੰ ਦਿਨ 'ਚ 6-7 ਘੰਟੇ ਬੋਲਣਾ ਪੈਂਦਾ ਕਈ ਵਾਰੀ, ਅਤੇ ਉਹ ਉਸ ਕਰਕੇ ਥੋੜ੍ਹੀ ਬਹੁਤੀ ਖਾਂਸੀ ਕਈ ਵਾਰੀ ਲੱਗੀ ਹੁੰਦੀ ਹੈ, ਲੇਕਿਨ 2-3 ਦਿਨ ਤੋਂ ਵੱਧ ਨਹੀਂ ਰਹਿੰਦੀ। ਉਹ ਤੁਸੀਂ ਇਹੀ ਫਾਰਮੂਲਾ ਯੂਜ਼ ਕਰਦੇ ਹੋ ਫਿਰ? ਇਹ ਤਾਂ ਰੂਟੀਨ ਹੀ ਹੈ ਇਹਨਾਂ ਚੀਜ਼ਾਂ ਦਾ, ਫੂਡ ਦਾ ਤਾਂ ਜਾਂ ਕਾੜਿਆਂ ਦਾ ਤਾਂ ਰੂਟੀਨ ਹੀ ਬਣਿਆ ਹੋਇਆ ਨਾ। ਉਹ ਤਾਂ ਅਸੀਂ ਸੈਂਟਰ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਕੋਈ ਦੁੱਧ ਵਾਲੀ ਚਾਹ ਨਹੀਂ ਪੀਂਦੇ, ਸਾਰਾ ਕਾੜਾ ਜਾਂ ਵੱਧ ਤੋਂ ਵੱਧ ਗ੍ਰੀਨ ਟੀ ਪੀਂਦੇ ਹਾਂ। ਇਸੇ ਤਰ੍ਹਾਂ ਅਸੀਂ ਮਿਲਟਸ ਖਾਂਦੇ ਹਾਂ, ਅਤੇ ਫਲ ਅਤੇ ਸਲਾਦ ਜਿਹੜੀ ਡਾਈਟ ਦਾ ਪਾਰਟ ਐਂਡ ਪਾਰਸਲ ਹੈ। ਅਤੇ ਮੈਨੂੰ ਸਰਦੀਆਂ 'ਚ ਕੋਈ ਵੀ, ਮੈਂ ਤਾਂ ਮਾਰਚ ਤੋਂ ਲੈ ਕੇ ਕਦੀ ਨਾ ਤਾਂ ਮਾਸਕ ਲਾਈ ਹੈ, ਨਾ ਮੈਂ ਮਰੀਜ਼ ਦੇਖਣੇ ਬੰਦ ਕੀਤੇ ਹੈ। ਮੈਂ ਤਾਂ ਰੋਜ਼ ਸੈਂਕੜੇ ਲੋਕਾਂ ਨੂੰ ਮਿਲਦਾ ਅਤੇ ਸੈਂਕੜੇ ਲੋਕਾਂ ਨੂੰ ਖੁੱਲ੍ਹ ਕੇ ਇਲਾਜ ਕਰਦਾ। ਮੇਰੇ ਨਾਲ ਉੱਦਾਂ ਹੀ ਬੈਠੇ ਹੁੰਦੇ, ਜਿੱਦਾਂ ਪਹਿਲਾਂ ਦਿਖਦਾ ਸੀ ਮੈਂ, ਮਰੀਜ਼ ਬਹੁਤ ਨੇੜੇ ਬੈਠੇ ਹੁੰਦੇ ਮੇਰੇ। ਤਾਂ ਮੈਨੂੰ ਤਾਂ ਕਿਤੇ ਕੋਈ ਕਿਸੇ ਸੀਰੀਅਸ ਜ਼ੁਕਾਮ ਨੇ ਨਹੀਂ ਘੇਰਿਆ। ਜੇ ਜ਼ੁਕਾਮ ਕਿਤੇ ਹੋਇਆ ਵੀ ਹੈ ਤਾਂ 1-2 ਦਿਨ ਐਵੇਂ ਸੂਸਾਂ ਜੀ ਹੋ ਕੇ ਮੁੜ ਕੇ ਠੀਕ ਹੋ ਜਾਂਦਾ, ਆਪੇ ਠੀਕ ਹੋ ਜਾਂਦਾ। ਸਾਡੇ ਸਾਰੇ ਸਟਾਫ ਨਾਲ ਇੱਦਾਂ ਹੋਇਆ। ਸਾਰੇ ਸਟਾਫ ਨੇ ਸਾਡੇ ਨੇ, ਕਿਸੇ ਨੇ ਵੀ ਕੋਈ ਕਦੀ ਦਵਾਈ ਨਹੀਂ ਲਈ, ਨਾ ਅਸੀਂ ਕਦੀ ਕੋਈ ਟੈਸਟ ਕਰਾਇਆ,
ਉਹ ਸਾਰਿਆਂ ਨੂੰ ਮਾੜਾ ਮੋਟਾ ਇੱਕ ਦੋ ਦਿਨ ਹੋ ਕੇ ਆਪੇ ਠੀਕ ਠਾਕ ਹੋਏਗਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵਿਸ਼ਵ ਦੇ ਮੰਨੇ ਪਰਮੰਨੇ ਜਿਹੜੇ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਬੜੀਆਂ ਹੀ ਸਾਦੇ ਜਿਹੇ ਅਲਫਾਜ਼ਾਂ ਦੇ ਵਿੱਚ, ਜਿਹਨੂੰ ਅਸੀਂ ਕਹਿ ਲਈਏ ਕਿ ਬੜੇ ਮੋٹے ਤਰੀਕੇ ਨੇ ਔਰ ਇੱਕ ਆਮ ਇਨਸਾਨ ਦੇ ਵੱਸ ਦੀ ਜਿਹੜੀ ਗੱਲ ਹੁੰਦੀ ਹੈ ਉਹ ਦੱਸੇ ਨੇ ਕਿ ਜੇਕਰ ਬਦਲਦੇ ਮੌਸਮ ਦੇ ਵਿੱਚ ਖਾਂਸੀ ਜਾਂ ਜ਼ੁਕਾਮ ਤੋਂ ਤੁਸੀਂ ਪੀੜਤ ਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਖਾਂਸੀ ਤੇ ਜ਼ੁਕਾਮ ਸਾਡੇ ਮਿੱਤਰ ਨੇ। ਇਹ ਜਿਹੜੀਆਂ ਬਿਮਾਰੀਆਂ ਨੇ ਸਾਡੀਆਂ ਮਿੱਤਰ ਬਿਮਾਰੀਆਂ ਨੇ, ਕਿਉਂਕਿ ਸਾਡੇ ਸਰੀਰ ਨੂੰ ਆਉਣ ਵਾਲੇ ਮੌਸਮ ਦੇ ਲਈ ਜਿਹੜਾ ਤਿਆਰ ਕਰ ਦਿੰਦੀਆਂ ਨੇ। ਸੋ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਵੀ ਹੈ ਤਾਂ ਤੁਸੀਂ ਬਿਲਕੁਲ ਸਾਫ਼ ਸੁਣਿਆ ਕਿ ਘਰ ਦੀ ਰਸੋਈ ਦੇ ਵਿੱਚੋਂ ਹੀ ਤੁਸੀਂ ਉਹ ਫਾਰਮੂਲਾ ਲੈ ਕੇ ਬਿਲਕੁਲ ਠੀਕ ਠਾਕ ਜਿਹੜਾ ਆਪਣੀ ਜ਼ਿੰਦਗੀ ਹੈ ਆਉਣ ਵਾਲੇ ਮੌਸਮ ਦੇ ਲਈ ਤਿਆਰ ਕਰ ਸਕਦੇ ਹੋ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਕੋਲੋਂ ਤੁਹਾਡਾ ਕੋਈ ਸਵਾਲ ਹੈ, ਤੁਹਾਡਾ ਕੋਈ ਤੁਹਾਨੂੰ ਲੱਗਦਾ ਹੈ ਕਿ ਮਨ ਦੇ ਵਿੱਚ ਕੋਈ ਸ਼ੰਕਾ ਹੈ ਤਾਂ ਤੁਸੀਂ ਆਪਣਾ ਨੰਬਰ ਛੱਡ ਦਿਓ। ਅਸੀਂ ਕੋਸ਼ਿਸ਼ ਕਰਾਂਗੇ, ਡਾਕਟਰ ਸਾਹਿਬ ਦੀ ਟੀਮ ਕੋਸ਼ਿਸ਼ ਕਰੇਗੀ ਕਿ ਤੁਸੀਂ ਉਸ ਨੰਬਰ ਦੇ ਉੱਤੇ ਗੱਲ ਕਰਕੇ ਉਹ ਆਪਣਾ ਨੰਬਰ ਦੇ ਕੇ ਡਾਕਟਰ ਸਾਹਿਬ ਦੀ ਟੀਮ ਤੁਹਾਡੇ ਨਾਲ ਰਾਬਤਾ ਕਾਇਮ ਕਰੇਗੀ ਉਸ ਨੰਬਰ ਦੇ ਉੱਤੇ। ਫਿਲਹਾਲ ਮੈਨੂੰ ਇਹ ਗੱਲਬਾਤ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।